ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਅਸੀਂ ਕਰ ਰਹੇ ਸੀ ਮਾਸਟਰਕਾਰਡ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਉੱਤਰ। ਜਿਹੜੇ ਚੈਨਲ ਨਾਲ ਪਹਿਲੀ ਵਾਰ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਜਿਸ ਦਾ ਅੱਜ 12ਵਾਂ ਭਾਗ ਹੈ। ਅੱਜ ਆਪਣਾ 172 ਨੰਬਰ ਪ੍ਰਸ਼ਨ। ਕਾਰਜ ਦੇ ਆਧਾਰ 'ਤੇ ਸ਼ਬਦ ਦੀਆਂ ਕਿੰਨੀਆਂ ਕਿਸਮਾਂ ਹਨ? 8, 6, 5 ਜਾਂ 6? ਇੱਥੇ 2 ਸੀ। ਕਿੰਨੀਆਂ ਕਿਸਮਾਂ ਨੇ ਕਾਰਜ ਦੇ ਆਧਾਰ 'ਤੇ? ਜਿਹੜੀਆਂ ਸ਼ਬਦ ਦੀਆਂ ਕਾਰਜ ਦੇ ਆਧਾਰ 'ਤੇ ਕਿਸਮਾਂ ਨੇ ਉਹ ਕਿੰਨੀਆਂ? 8। ਅਤੇ ਉਹ ਕਿਹੜੀਆਂ 8 ਨੇ? ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਇਹ ਕੀ ਨੇ? ਕਾਰਜ ਦੇ ਆਧਾਰ 'ਤੇ ਸ਼ਬਦ ਦੀਆਂ ਕਿਸਮਾਂ। ਜਿਸ ਤੋਂ ਅੱਖਰਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਆਖਦੇ ਹਨ ਵਰਣਬੋਧ, ਵਿਆਕਰਨਬੋਧ, ਵਾਕਬੋਧ ਜਾਂ ਅਰਥਬੋਧ। ਤਾਂ ਜਿਸ ਤੋਂ ਅੱਖਰਾਂ ਦਾ ਅਧਿਐਨ ਹੁੰਦਾ ਉਸ ਨੂੰ ਕਹਿੰਦੇ ਨੇ ਵਰਣਬੋਧ। ਵਿਆਕਰਨ ਦੇ ਮੁੱਖ ਅੰਗ ਕਿੰਨੇ ਹਨ? 3, 4, 5 ਜਾਂ 7? ਵਿਆਕਰਨ ਦੇ ਮੁੱਖ ਅੰਗ ਨੇ 4। ਤੇ ਕਿਹੜੇ 4 ਨੇ? ਪਹਿਲਾ ਹੋ ਜਾਂਦਾ ਜਿਵੇਂ ਧੁਨੀਬੋਧ, ਉਸ ਤੋਂ ਅੱਗੇ ਸ਼ਬਦਬੋਧ, ਤੀਸਰਾ ਹੈ ਵਾਕਬੋਧ, ਚੌਥਾ ਅਰਥਬੋਧ। ਇਹ ਵਿਆਕਰਨ ਦੇ ਅੰਗ ਨੇ। ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 7, 8, 9 ਜਾਂ 10? ਜਿਹੜੀਆਂ ਵਿਸਮਿਕ ਦੀਆਂ ਕਿਸਮਾਂ ਨੇ ਉਹ 9 ਨੇ। ਕਈ ਬੁੱਕਸ ਦੇ ਵਿੱਚ 10 ਵੀ ਦਿੱਤਾ ਜਾਂ 13 ਵੀ ਦਿੱਤੀਆਂ ਹੋਈਆਂ, ਪਰ ਜੇ ਆਪਾਂ ਸਹੀ ਮੰਨੀਏ ਤਾਂ ਉਹ ਕਿੰਨੀਆਂ ਨੇ? 9। ਕੱਲ੍ਹ ਮੈਂ ਤੁਹਾਨੂੰ ਪੁੱਛਿਆ ਸੀ ਕਿ ਟੈਸਟ ਜਿਹੜਾ ਫੁੱਲ ਸਿਲੇਬਸ ਲੈਣਾ ਜਾਂ ਟੌਪਿਕ ਵਾਈਜ਼। ਜ਼ਿਆਦਾ ਜਾਣੇ ਜਿਹੜੇ ਆ ਉਹ ਟੌਪਿਕ ਇੱਕ ਟੌਪਿਕ ਦਾ ਕਹਿ ਰਿਹਾ, ਤਾਂ ਆਪਾਂ ਫਿਰ ਉਵੇਂ ਹੀ ਸਿਲੇਬਸ ਦੇ ਅਕੋਰਡਿੰਗ ਸ਼ੁਰੂ ਕਰ ਲੈਂਦੇ ਹਾਂ। ਪਹਿਲਾਂ ਆਪਾਂ ਆਧੁਨਿਕ ਕਾਵਿ ਦਾ ਹੀ ਟੈਸਟ ਰੱਖਾਂਗੇ, ਉਹਦੀ ਤੁਸੀਂ ਤਿਆਰੀ ਕਰ ਲਿਓ। ਥੋੜ੍ਹੇ ਦਿਨਾਂ ਤੱਕ ਕੀ ਆ ਉਹਦਾ ਟੈਸਟ ਹੋਊਗਾ। ਟੈਸਟ ਸਾਰੇ ਜਾਣੇ ਜ਼ਰੂਰ ਦਿਆ ਕਰੋ। ਇਹ ਨਾ ਸੋਚਿਆ ਕਰੋ ਸਾਡੀ ਤਿਆਰੀ ਨਹੀਂ। ਹੁਣ ਤਾਂ ਵੈਸੇ ਹੀ ਇੱਕ ਟੌਪਿਕ ਦਾ ਲਵਾਂਗੇ ਤਾਂ ਤੁਸੀਂ ਵਧੀਆ ਪੜ੍ਹ ਕੇ ਦੇ ਸਕਦੇ ਹੋ। ਜੇ ਨੰਬਰ ਘੱਟ ਆਉਂਦੇ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਹਜੇ ਵੀ ਬਹੁਤ ਟਾਈਮ ਆ ਤੁਹਾਡੇ ਕੋਲ। ਇਹ ਨਾ ਸੋਚੋ ਨਹੀਂ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ, ਦੇਖੀ ਜੋ ਰੱਬ ਕਰੂਗਾ। ਰੱਬ ਨੇ ਕੁਝ ਨਹੀਂ ਕਰਨਾ, ਤੁਹਾਨੂੰ ਖੁਦ ਨੂੰ ਹੀ ਮਿਹਨਤ ਕਰਨੀ ਪੈਣੀ ਆ, ਫਿਰ ਹੀ ਰੱਬ ਤੁਹਾਡਾ ਸਾਥ ਦੇਊਗਾ। ਇੱਥੇ ਮੈਨੂੰ ਇੱਕ ਛੋਟੀ ਜਿਹੀ ਸਟੋਰੀ ਯਾਦ ਆ ਗਈ, ਉਹ ਤੁਹਾਨੂੰ ਸੁਣਾਉਂਦੀ। ਇੱਕ ਵਾਰ ਨਾ ਛੋਟੇ ਛੋਟੇ ਬੱਚੇ ਹੁੰਦੇ ਆ ਅਤੇ ਉਹਨਾਂ ਨੇ ਸਕੂਲ ਜਾਣਾ ਹੁੰਦਾ ਅਤੇ ਉਹ ਲੇਟ ਹੋ ਜਾਂਦੇ ਆ। ਅਤੇ ਇੱਕ ਜਣਾ ਉਹ ਕਹਿੰਦਾ ਆਪਾਂ ਐਂ ਕਰਦੇ ਹਾਂ, ਆਪਾਂ ਇੱਥੇ ਬੈਠ ਜਾਂਦੇ ਹਾਂ ਅਤੇ ਆਪਾਂ ਰੱਬ ਜੀ ਨੂੰ ਯਾਦ ਕਰਦੇ ਹਾਂ ਵੀ ਸਾਨੂੰ ਜਲਦੀ ਜਲਦੀ ਸਕੂਲ ਪਹੁੰਚਾ ਦਿਓ, ਸਾਡੇ ਸਕੂਲ ਲੱਗਣ ਦਾ ਟਾਈਮ ਹੋ ਗਿਆ। ਫਿਰ ਉੱਥੇ ਉਹ ਬੈਠ ਕੇ ਅਰਦਾਸ ਕਰਨ ਲੱਗ ਜਾਂਦੇ ਰੱਬ ਨੂੰ ਅੱਗੇ। ਪਰ ਇੱਕ ਜਣਾ ਫਿਰ ਉਹ ਕਹਿੰਦਾ ਨਹੀਂ ਆਪਾਂ ਐਂ ਨਹੀਂ ਕਰਦੇ, ਆਪਾਂ ਨਾ ਜਲਦੀ ਆਪਾਂ ਭੱਜਦੇ ਹਾਂ ਅਤੇ ਨਾਲ ਆਪਾਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਾਨੂੰ ਜਲਦੀ ਸਕੂਲ ਪਹੁੰਚਾ ਦਿਓ। ਫਿਰ ਉਹ ਨਾਲ ਤਾਂ ਪਾਠ ਕਰਦੇ ਜਾਂਦੇ ਆ, ਨਾਲ ਹੀ ਸਕੂਲ ਜਾਣ ਲਈ ਜਲਦੀ ਦੌੜਦੇ ਆ ਅਤੇ ਉਹ ਸਕੂਲ ਲੱਗਣ ਤੋਂ 5 ਮਿੰਟ ਜਿਹੜਾ ਪਹਿਲਾਂ ਹੀ ਉੱਥੇ ਪਹੁੰਚ ਜਾਂਦੇ ਆ। ਜੇ ਉਹ ਹਿੰਮਤ ਹਾਰ ਜਾਂਦੇ ਵੀ ਨਹੀਂ ਸਾਨੂੰ ਤਾਂ ਰੱਬ ਹੀ ਪਹੁੰਚਾਊਗਾ, ਤਾਂ ਫਿਰ ਤਾਂ ਸਕੂਲ ਜਾ ਹੀ ਨਹੀਂ ਸਕਦੇ ਸੀ। ਉਹਨਾਂ ਨੇ ਆਪ ਦੀ ਮਿਹਨਤ ਵੀ ਕੀਤੀ ਅਤੇ ਰੱਬ 'ਤੇ ਵੀ ਵਿਸ਼ਵਾਸ ਕੀਤਾ, ਤਾਂ ਕੀ ਆ ਉਹ ਸਕੂਲ ਲੱਗਣ ਤੋਂ ਪਹਿਲਾਂ ਪਹੁੰਚ ਗਏ। ਇਸ ਤਰ੍ਹਾਂ ਤੁਸੀਂ ਵੀ ਕੀ ਆ ਰੱਬ 'ਤੇ ਵੀ ਵਿਸ਼ਵਾਸ ਰੱਖੋ ਅਤੇ ਆਪਦੀ ਮਿਹਨਤ ਵੀ ਜਾਰੀ ਰੱਖੋ। ਸਾਡਾ ਅਗਲਾ ਪ੍ਰਸ਼ਨ ਹੈ, ਵਾਕ ਵਿੱਚ ਸੰਬੋਧਨੀ ਸ਼ਬਦ ਦੇ ਪਿੱਛੇ ਕੀ ਲੱਗਦਾ ਹੈ? ਵਿਸਮਿਕ ਚਿੰਨ੍ਹ, ਕੌਮਾ, ਬ੍ਰੈਕਟ ਜਾਂ ਦੁਬਿੰਦੀ? ਜਦੋਂ ਆਪਾਂ ਕਿਸੇ ਨੂੰ ਸੰਬੋਧਨ ਕਰਦੇ ਹਾਂ ਉੱਥੇ ਵਿਸਮਿਕ ਚਿੰਨ੍ਹ ਤਾਂ ਲੱਗਦਾ। ਕਿਹੜਾ ਵਿਸਮਿਕ ਚਿੰਨ੍ਹ ਲੱਗਦਾ ਹੈ ਇਹ ਦੱਸਣਾ ਹੁਣ ਤੁਸੀਂ।
ਸੰਬੋਧਨ ਦੇ ਟਾਈਮ ਕਿਹੜਾ ਕੌਮਾ ਵਿਸਮਿਕ ਚਿੰਨ੍ਹ ਲੱਗਦਾ। ਜਿਵੇਂ ਮਾਤਾ ਜੀ ਨੂੰ ਸੰਬੋਧਨ ਕੀਤਾ, ਇੱਥੇ ਕੀ ਲੱਗ ਜਾਊਗਾ ਕੋਮਾ। ਮੈਨੂੰ ਰੋਟੀ ਦਿਓ, ਜਿਵੇਂ ਸੰਬੋਧਨ ਕੀਤਾ ਫਿਰ ਕੌਮਾ ਲਾ ਕੇ ਫਿਰ ਅਗਲੀ ਗੱਲ ਕੀ ਆ ਕਰਦੇ ਆਪਾਂ। ਕਿਹੜੇ ਯੋਜਕ ਸਿਰਫ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਨੇ? ਅਧੀਨ, ਸਮਾਨ, ਦੋਵੇਂ ਹੀ ਜਾਂ ਇਹਨਾਂ ਵਿੱਚੋਂ ਦੋਵੇਂ ਹੀ ਨਹੀਂ। ਇਹ ਆਪਾਂ ਕੱਲ੍ਹ ਵੀ ਕੀਤਾ ਸੀ ਕਿ ਯੋਜਕ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ ਸਮਾਨ ਯੋਜਕ, ਦੂਸਰੇ ਹੁੰਦੇ ਆ ਅਧੀਨ ਯੋਜਕ। ਤੇ ਜਿਹੜੇ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਉਹ ਕਿਹੜੇ ਯੋਜਕ ਹੋਣਗੇ? ਅਧੀਨ ਯੋਜਕ। ਕਿਉਂਕਿ ਅਧੀਨ ਯੋਜਕ ਜਿਹੜੇ ਹੁੰਦੇ ਆ ਨਾ ਉਹ ਸੁਤੰਤਰ ਨਹੀਂ ਹੁੰਦੇ, ਉਹ ਦੂਸਰਿਆਂ 'ਤੇ ਨਿਰਭਰ ਹੋ ਕੇ ਹੀ ਜਿਹੜਾ ਆਪਣਾ ਕੰਮ ਕਰਦੇ ਆ। ਤੇ ਇਸ ਲਈ ਮਿਸ਼ਰਤ ਵਾਕਾਂ ਦੀ ਸਿਰਜਣਾ ਫਿਰ ਕਿਹਦੇ ਵਿੱਚ ਹੋਊਗੀ? ਅਧੀਨ ਯੋਜਕ ਦੇ ਵਿੱਚ ਹੀ। ਅਰਥ ਪੱਖੋਂ ਸ਼ਬਦ ਦੀਆਂ ਕਿੰਨੀਆਂ ਕਿਸਮਾਂ ਹਨ? 2, 3, 4 ਜਾਂ 5? ਪਹਿਲਾਂ ਆਪਾਂ ਕਿਹੜਾ ਪ੍ਰਸ਼ਨ ਕੀਤਾ? ਕਾਰਜ ਦੇ ਪੱਖ ਤੋਂ ਸ਼ਬਦ ਦੀਆਂ ਕਿਸਮਾਂ, ਉਹ ਤਾਂ ਹੋ ਗਈਆਂ 8। ਇੱਥੇ ਆ ਅਰਥ ਪੱਖ ਤੋਂ, ਇਹਨਾਂ ਦੋਨਾਂ ਵਿੱਚ ਭੁਲੇਖਾ ਨਹੀਂ ਖਾਣਾ। ਅਰਥ ਪੱਖ ਤੋਂ ਉਹ ਕੀ ਸੀ? ਕਾਰਜ ਪੱਖ ਤੋਂ। ਕਾਰਜ ਪੱਖ ਤੋਂ ਤਾਂ 8 ਹੋ ਗਈਆਂ, ਉਹ ਤਾਂ ਕਰ ਲਿਆ ਸਭ ਨੇ। ਅੱਗੇ ਹੈ ਅਰਥ ਪੱਖ ਤੋਂ, ਇਹ ਕਿੰਨੀਆਂ ਹੁੰਦੀਆਂ? 2। ਕਿਹੜੇ 2 ਹੁੰਦੇ ਆ? ਸਾਰਥਕ ਸ਼ਬਦ, ਦੂਸਰਾ ਹੈ ਨਿਰਾਰਥਕ ਸ਼ਬਦ। ਜੋ ਸ਼ਬਦ ਆਪਣੇ ਆਪ ਵਿੱਚ ਇੱਕ ਪੂਰਨ ਇਕਾਈ ਅਖਵਾਉਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਆ? ਰਚਿਤ, ਮੂਲ ਸ਼ਬਦ, ਸਮਾਸੀ ਸ਼ਬਦ ਜਾਂ ਉਤਪੰਨ ਸ਼ਬਦ। ਤਾਂ ਜਿਹੜੇ ਸ਼ਬਦ ਆਪਣੇ ਆਪ ਵਿੱਚ ਪੂਰਨ ਇਕਾਈ ਹੁੰਦੇ ਨਾ ਉਹਨਾਂ ਨੂੰ ਕਹਿੰਦੇ ਆ ਮੂਲ ਸ਼ਬਦ। ਕਈ ਵਾਰ ਇਹਨਾਂ ਨੂੰ ਧਾਤੂ ਸ਼ਬਦ ਵੀ ਕਹਿ ਦਿੰਦੇ ਆ, ਮੂਲ ਜਾਂ ਧਾਤੂ। ਅਗਲਾ ਪ੍ਰਸ਼ਨ ਹੈ ਬਣਤਰ ਜਾਂ ਰੂਪ ਦੇ ਆਧਾਰ 'ਤੇ ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 3, 7, 2 ਜਾਂ 4? ਪਹਿਲਾਂ ਆਪਾਂ ਕਿਹੜੀ ਗੱਲ ਕੀਤੀ ਸੀ? ਯੋਜਕ ਕਾਰਜ ਦੇ ਆਧਾਰ 'ਤੇ। ਕਾਰਜ ਦੇ ਆਧਾਰ 'ਤੇ ਤਾਂ 2 ਹੁੰਦੇ ਆ। ਇੱਥੇ ਪੁੱਛਿਆ ਬਣਤਰ ਜਾਂ ਰੂਪ ਦੇ, ਫਿਰ ਕਿੰਨੇ ਹੁੰਦੇ ਆ? 3। ਬਣਤਰ ਜਾਂ ਰੂਪ ਦੇ ਆਧਾਰ 'ਤੇ ਯੋਜਕ 3 ਹੁੰਦੇ ਆ। ਅਤੇ ਉਹ ਕਿਹੜੇ 3 ਹੁੰਦੇ ਆ? ਜਿਵੇਂ ਸੰਯੁਕਤ ਯੋਜਕ ਹੋ ਗਿਆ ਇੱਕ, ਦੂਸਰਾ ਹੋ ਗਿਆ ਇਕਹਿਰਾ ਯੋਜਕ, ਫਿਰ ਅੱਗੇ ਸਹਿ ਸੰਬੰਧਕੀ ਯੋਜਕ। ਇਹ ਇਹਨਾਂ ਦੀਆਂ ਬਣਤਰ ਦੇ ਆਧਾਰ 'ਤੇ। ਇਹ ਸਨ ਸਾਡੇ ਅੱਜ ਦੇ ਪ੍ਰਸ਼ਨ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ, ਕਮੈਂਟ ਕਰਨਾ, ਨਾਲ ਹੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਥੈਂਕ ਯੂ।